ਅੱਜ ਇੱਕ ਮਸਲੇ ਬਾਰੇ ਅਸੀਂ ਗੱਲਬਾਤ ਕਰਨੀ ਹੈ। ਮਸਲਾ ਪੋਰਟੇਬਲਸ ਦਾ ਆ। ਪੋਰਟੇਬਲਸ ਸਰੀ ਦੇ ਵਿੱਚ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦੇ ਆ। ਪੋਰਟੇਬਲਸ ਦਾ ਮਤਲਬ ਇਹ ਆ ਕਿ ਬੱਚੇ ਪ੍ਰੋਪਰ ਕਲਾਸਰੂਮਸ ਦੇ ਵਿੱਚ ਸਕੂਲਾਂ ਵਿੱਚ ਪੜ੍ਹਦੇ ਆ। ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਆ, ਕਲਾਸਰੂਮ ਓਨੇ ਨਹੀਂ। ਉਹਨਾਂ ਦੇ ਹੱਲ ਦੇ ਲਈ ਇੱਕ ਟੈਂਪਰੇਰੀ ਕਲਾਸਰੂਮ ਸਕੂਲ ਤੋਂ ਬਾਹਰ ਬਣਾ ਦਿੱਤੇ ਜਾਂਦੇ ਆ, ਜਿਹੜੇ ਕਲਾਸਰੂਮ ਨਹੀਂ ਹੁੰਦੇ ਪਰ ਇੱਕ ਵਕਤੀ ਤੌਰ ਦੇ ਉੱਤੇ ਵਕਤ ਸਾਰਨ ਦੇ ਲਈ ਉਹਦੇ ਵਿੱਚ ਬੱਚਿਆਂ ਨੂੰ ਬਿਠਾ ਦਿੱਤਾ ਜਾਂਦਾ। ਪਰ ਹੌਲੀ ਹੌਲੀ ਪਿਛਲੇ ਲੰਬੇ ਸਮੇਂ ਤੋਂ ਇਹ ਇੱਕ ਵੇ ਆਫ ਲਾਈਫ ਬਣਦਾ ਜਾ ਰਿਹਾ। ਇਹਦੇ ਨਾਲ ਜੀਣਾ ਲੋਕ ਸਿੱਖ ਰਹੇ ਆ ਵੀ ਪੋਰਟੇਬਲਸ ਇੱਕ ਪੱਕਾ ਫੀਚਰ ਜਿਹਾ ਬਣ ਗਿਆ ਵੀ ਇਹ ਹਟਣੇ ਨਹੀਂ। ਸ਼ਾਇਦ ਲੋਕ ਇਹ ਵੀ ਸੋਚ ਰਹੇ ਵੀ ਜਿਸ ਤਰੀਕੇ ਨਾਲ ਸਰੀ ਦੇ ਵਿੱਚ ਲੋਕ ਆ ਰਹੇ ਆ ਬਾਹਰੋਂ, ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਆ, ਇਹ ਕਦੇ ਵੀ ਪੋਰਟੇਬਲਸ ਇੱਥੋਂ ਖਤਮ ਨਹੀਂ ਹੋਣਗੇ। ਜਿਹਦਾ ਦੂਜਾ ਮਤਲਬ ਇਹ ਆ ਕਿ ਬੱਚਿਆਂ ਨੂੰ ਪੜ੍ਹਨ ਦੇ ਲਈ ਪ੍ਰੋਪਰ ਕਲਾਸਰੂਮ ਕਦੇ ਵੀ ਨਹੀਂ ਮਿਲੂਗਾ। 74-75 ਜੇ ਨਿਆਣਾ ਇੱਥੇ ਪੜ੍ਹਦਾ ਤਾਂ ਉਹਦੇ ਵਿੱਚੋਂ 10 ਦੇ ਵਿੱਚੋਂ ਇੱਕ ਮਤਲਬ 7,000 ਨਿਆਣਾ ਜਿਹੜਾ ਉਹ ਪੋਰਟੇਬਲਸ ਦੇ ਵਿੱਚ ਪੜ੍ਹ ਰਿਹਾ। ਇੱਕ ਬੜੀ ਵੱਡੀ ਸਮੱਸਿਆ ਹੈ। ਇਸ ਸੰਬੰਧੀ ਅਸੀਂ ਅੱਜ ਦੋ ਜਣਿਆਂ ਦੇ ਨਾਲ ਗੱਲਬਾਤ ਕਰਨੀ ਹੈ। MLA ਜਿਨੀ ਸਿਮਸ, ਉਹਨਾਂ ਦੇ ਨਾਲ ਇਸ ਕਰਕੇ ਵੀ ਕਰ ਰਹੇ ਹਾਂ, ਸਰਕਾਰ ਦੇ ਵਿੱਚ ਨੇ, ਅਤੇ ਦੂਜਾ ਟੀਚਿੰਗ ਦੇ ਨਾਲ ਉਹ ਬਹੁਤ ਨੇੜਿਓਂ ਜੁੜੇ ਰਹੇ ਲੰਬਾ ਸਮਾਂ, ਇਸ ਗੱਲ ਦਾ ਉਹਨਾਂ ਨੂੰ ਤਜਰਬਾ ਆ। ਗੈਰੀ ਥਿੰਦ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ, ਸਕੂਲ ਟਰਸਟੀ ਆ। ਉਹ ਇਹਦੇ ਉੱਤੇ ਕੀ ਕਹਿੰਦੇ ਆ ਅਤੇ ਉਹਨਾਂ ਦੇ ਇਹਦੇ ਉੱਤੇ ਕੀ ਰਾਏ ਆ। ਜਿਨੀ ਸਿਮਸ ਜੀ, ਇਹ ਸਮੱਸਿਆ ਬੜੇ ਲੰਬੇ ਸਮੇਂ ਤੋਂ ਆ। ਸਾਨੂੰ ਤੁਸੀਂ ਕਿਉਂਕਿ ਟੀਚਿੰਗ ਦੇ ਵਿੱਚ ਰਹੇ ਹੋ, ਇਹਦਾ ਫਰਕ ਪੈਂਦਾ ਕੋਈ? ਇੱਕ ਬੱਚਾ ਕਲਾਸਰੂਮ ਪ੍ਰੋਪਰ 'ਚ ਪੜ੍ਹ ਰਿਹਾ ਅਤੇ ਇੱਕ ਪੋਰਟੇਬਲ 'ਚ ਪੜ੍ਹ ਰਿਹਾ। ਸਭ ਤੋਂ ਪਹਿਲਾਂ ਹਰੇਕ ਬੱਚੇ ਦਾ ਹੱਕ ਹੈਗਾ ਆ ਉਹਨਾਂ ਦੇ ਕੋਲ ਰੀਅਲ ਕਲਾਸਰੂਮ ਹੋਵੇ, ਜਿਹਦੇ ਵਿੱਚ ਸਾਰੀਆਂ ਵੀ ਕਿਤਾਬਾਂ ਵੀ ਹੋਣ, ਵਧੀਆ ਡੈਸਕਸ ਵੀ ਹੋਣ, ਅਤੇ ਉੱਥੇ ਵਾਸ਼ਰੂਮ ਵੀ ਇਨਡੋਰਸ ਹੋਵੇ। ਇਹ ਹਰੇਕ ਬੱਚੇ ਦਾ ਹੱਕ ਹੈਗਾ ਆ। ਪਰ ਕਈ ਸਾਲਾਂ ਦੇ ਵਿੱਚ ਸਰੀ ਦੇ ਵਿੱਚ ਪੋਰਟੇਬਲਸ ਵੱਧ ਰਹੇ ਨੇ। ਇਹਦਾ ਕਾਰਨ ਇਹ ਹੈਗਾ ਹੈ ਵੀ 16 ਸਾਲ ਜਦੋਂ ਲਿਬਰਲ ਸਰਕਾਰ ਸੀਗੀ, ਉਹਨਾਂ ਨੇ ਬਹੁਤ ਕਮ ਸਕੂਲ ਬਣਾਏ। 2014 ਤੋਂ 2017 ਦੇ ਵਿੱਚ ਜਦੋਂ ਇੱਥੇ ਬਹੁਤ ਸਾਰੇ ਲੋਕ ਆ ਗਏ ਸੀਗੇ, ਉਹਨਾਂ ਦਿਨਾਂ ਦੇ ਵਿੱਚ ਸਿਰਫ ਇੱਕ ਸਕੂਲ ਐਕਸਪੈਂਸ਼ਨ ਕੀਤਾ ਸੀ, ਸਿਰਫ 1। ਕੋਈ ਨਵਾਂ ਸਕੂਲ ਨਹੀਂ ਸੀਗਾ ਖੁੱਲ੍ਹਿਆ। ਹੁਣ ਜਦੋਂ ਦੀ ਸਾਡੀ ਸਰਕਾਰ ਬਣੀ ਆ, ਜਿੱਦਣ ਸਾਡਾ ਇਲੈਕਸ਼ਨ ਹੋ ਰਿਹਾ ਸੀਗਾ 2017 ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ 7,400 ਬੱਚਾ ਪੋਰਟੇਬਲਸ ਵਿੱਚ ਬੈਠਾ ਸੀ। ਜਿੱਦਣ ਦੀ ਸਾਡੀ ਸਰਕਾਰ ਬਣੀ ਆ, ਅਸੀਂ 9,500 ਸਾਡੇ ਜਿਹੜੇ ਕਨਫਰਮਡ ਨੰਬਰ ਆ, ਪਰ ਜਿਹੜੇ ਪਲਾਨਿੰਗ ਸਟੇਜ ਵਿੱਚ ਹੁਣ ਹੈਗੇ ਆ, 11,500 ਸਪੇਸਿਸ ਜਾਂ ਬਣ ਗਈਆਂ ਆ ਜਾਂ ਇਸ ਵਕਤ ਪ੍ਰੋਸੈਸ ਵਿੱਚ ਹੈਗੀਆਂ ਆ ਬਣਨ ਨੂੰ। ਸੋ ਤੁਸੀਂ ਦੇਖ ਲਓ ਵੀ ਜਿਹੜੀ ਸਾਡੀ ਕਮਿਟਮੈਂਟ ਸੀਗੀ ਵੀ ਉਹ ਜਿਹੜੇ 7,500 ਬੱਚੇ ਪੋਰਟੇਬਲਸ ਵਿੱਚ ਬੈਠੇ ਹੋਣਗੇ, ਉਹਨਾਂ ਦੇ ਲਈ ਕਲਾਸਰੂਮ ਬਣ ਜਾਣਗੇ। ਅਸੀਂ ਉਹਦੇ ਨਾਲੋਂ ਜ਼ਿਆਦਾ ਵਾਅਦੇ ਪੂਰੇ ਕੀਤੇ ਨੇ, ਕਰਕੇ 9,500 11,000 ਹੁਣ ਹੋ ਗਏ ਆ। ਪਰ ਫਿਰ ਵੀ ਬੱਚੇ ਪੋਰਟੇਬਲਸ ਵਿੱਚ ਹੈਗੇ ਆ। ਕਾਰਨ ਕੀ ਆ? ਸਰੀ ਦੇ ਵਿੱਚ ਹਰੇਕ ਮਹੀਨੇ 1,600 ਪਰਿਵਾਰ ਆਉਂਦੇ ਨੇ, ਪੀਪਲ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਛੋਟੇ ਬੱਚੇ ਵੀ ਹੁੰਦੇ। ਇੱਕ ਬਹੁਤ ਆਲੇ ਦੁਆਲੇ ਇਲਾਕੇ ਵਿੱਚੋਂ, ਵੈਨਕੂਵਰ ਵਿੱਚੋਂ, ਹੋਰ ਜਗ੍ਹਾ ਵਿੱਚੋਂ ਵੀ ਜਦੋਂ ਉੱਥੇ ਮਹਿੰਗਾਈ ਇੰਨੀ ਹੋ ਗਈ, ਲੋਕ ਬਾਹਰ ਆਉਣ ਲੱਗ ਪਏ, ਸਰੀ ਦੇ ਵਿੱਚ ਰਹਿਣ ਲੱਗ ਪਏ। ਸਰੀ ਤੁਸੀਂ ਦੇਖੋ, ਆਪਣੇ ਇੱਧਰ ਜਦੋਂ ਤੁਸੀਂ ਸਪੈਨ ਕਰੋਗੇ ਤੁਹਾਨੂੰ ਦੱਸੂਗਾ, ਜਿੱਥੇ ਅੱਗੇ ਕੁਛ ਵੀ ਨਹੀਂ ਸੀਗਾ ਉੱਥੇ ਟਾਊਨ ਹਾਊਸ ਸਿਟੀ ਬਣ ਗਈ ਆ, ਰਾਈਟ। 60 'ਤੇ ਤੁਸੀਂ ਜਾ ਕੇ ਦੇਖੋ, ਉੱਥੇ ਵੀ ਸਾਡੀ ਸਰਕਾਰ ਨੇ ਸਿਰਫ 11,500 ਸਪੇਸਿਸ ਜਾਂ ਵੀ ਜਿਹੜੇ ਬਣ ਗਏ ਆ, ਐਕਸਪੈਂਸ਼ਨ ਹੋ ਗਏ ਆ ਜਾਂ ਇਨ ਪ੍ਰੋਸੈਸ ਹੈਗੇ, ਉਹ ਵੀ ਨਹੀਂ ਕੀਤਾ। ਅਸੀਂ ਆਉਣ ਵਾਲੇ ਸਾਲਾਂ ਲਈ ਵੀ ਹੁਣ ਪ੍ਰੋਪਰਟੀ ਖਰੀਦਣ ਲੱਗ ਪਏ ਹਾਂ। ਇੱਥੋਂ ਬਹੁਤ ਲਾਗੇ ਹੀ 5 ਮਿੰਟ ਲੱਗਦੇ ਆ ਤੁਰ ਕੇ ਜਾਣ ਨੂੰ। ਇੱਕ ਹੋਰ ਐਲੀਮੈਂਟਰੀ ਸਕੂਲ ਦੀ ਜਗ੍ਹਾ ਅਸੀਂ ਖਰੀਦ ਲਈ ਆ। ਸਿਟੀ ਪਲਾਨਿੰਗ ਸ਼ੁਰੂ ਤੋਂ, ਸਿਟੀ ਦੀ ਜਿਹੜੀ ਪਲਾਨਿੰਗ ਹੈਗੀ ਆ, ਮੇਰੇ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਨਹੀਂ ਰਹੀ ਵੀ ਅਸੀਂ ਸਕੂਲਸ ਦਾ ਵੀ ਅਤੇ ਇਨਫਰਾਸਟਰਕਚਰ ਸਾਰੇ ਦਾ ਇੰਤਜ਼ਾਮ ਕਰੀਏ। ਜਿਸ ਤਰੀਕੇ ਦੇ ਨਾਲ ਜਿੱਥੇ ਹਸਪਤਾਲ ਬਣਨਾ ਸੀਗਾ ਉਹ ਜ਼ਮੀਨ ਵੇਚ ਕੇ ਲਿਬਰਲ ਚੱਲ ਗਏ ਸੀਗੇ। ਇਸ ਤਰੀਕੇ ਦੇ ਨਾਲ ਨਾ ਸਿਟੀ ਨੇ ਨਾ ਪ੍ਰੀਵੀਅਸ ਗਵਰਨਮੈਂਟ ਨੇ ਸਕੂਲਾਂ ਦਾ ਇੰਤਜ਼ਾਮ ਕੀਤਾ ਵੀ ਜੇ ਅਸੀਂ ਪਰਮਿਟਸ ਦੇਣੇ ਆ, ਗਰੋਥ ਕਰਨੀ ਆ ਸਰੀ ਪੈਨੋਰਾਮਾ ਵਿੱਚ, ਸਾਊਥ ਸਰੀ ਦੇ ਵਿੱਚ, ਜਾਂ ਇੱਥੇ ਆਪਣੇ ਫਲੀਟਵੁੱਡ ਵੱਲ ਵੀ, ਫਿਰ ਉੱਥੇ ਸਕੂਲਾਂ ਦਾ ਵੀ ਇੰਤਜ਼ਾਮ ਹੋਣਾ ਚਾਹੀਦਾ ਆ। ਸੋ ਇਹਦੇ ਵਿੱਚ ਫੋਰ ਸਿਟੀ ਪਲਾਨਿੰਗ, ਬਿਗ ਗਰੋਥ, ਅਤੇ ਨਾਲੇ ਜਿਹੜੀ 16 ਸਾਲਾਂ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੋਈ ਇਨਫਰਾਸਟਰਕਚਰ ਦੇ ਵਿੱਚ, ਉਹਦੀ ਕਮੀਆਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਕਰਨ ਨੂੰ। ਪਰ ਮੈਂ ਸਦਾ ਕਹਿੰਦੀ ਸੀਗੀ, ਜਦੋਂ ਮੈਂ ਟੀਚਰ ਵੀ ਸੀਗੀ, ਪ੍ਰਧਾਨ ਵੀ ਸੀਗੀ, ਐਵਰੀ ਚਾਈਲਡ ਨੀਡਸ ਅ ਰੀਅਲ ਕਲਾਸਰੂਮ। ਦੇਖੋ ਕਈ ਪੋਰਟੇਬਲ ਹੈਗੇ ਆ, they just upset me
ਕਈ ਹੈਗੇ ਆ ਜਿਹੜੇ ਸਟੇਟ ਆਫ ਦੀ ਆਰਟਸ ਹੈਗੇ, ਨਵੇਂ ਹੈਗੇ ਆ, ਉਹ 2-3 ਜੁੜੇ ਹੁੰਦੇ ਮੋਡਿਊਲਰ, ਉਹਨਾਂ ਦੇ ਵਿੱਚ ਵਾਸ਼ਰੂਮ ਵੀ ਹੁੰਦਾ ਆ। ਪਰ ਫਿਰ ਵੀ ਨਾ ਜਦੋਂ ਬੱਚੇ ਪੋਰਟੇਬਲਸ ਵਿੱਚ ਬਾਹਰ ਪੜ੍ਹਦੇ ਆ, ਜਿਹਨਾਂ ਉਹਨਾਂ ਕੋਲ ਵਾਸ਼ਰੂਮ ਫੈਸਿਲਿਟੀਜ਼ ਹੈ ਨਹੀਂ, ਆਫਿਸ ਵਿੱਚ ਜਾਣ ਨੂੰ ਵੀ ਉਹਨਾਂ ਨੂੰ ਮੀਂਹ ਦੇ ਵਿੱਚ ਜਾਂ ਸਨੋ ਦੇ ਵਿੱਚ ਜਾਣਾ ਪੈਂਦਾ ਆ, ਫਿਰ ਤਕਲੀਫਾਂ ਤਾਂ ਆਉਂਦੀਆਂ ਹੀ ਆ। 2 ਵਾਰੀਆਂ ਐਨਡੀਪੀ ਨੂੰ ਵੀ ਹੋ ਗਈਆਂ ਤੇ ਅਗਲੀ ਵਾਰੀ ਵੀ ਲੱਗਦਾ ਐਨਡੀਪੀ ਹੋਣੀ ਆ। ਲਿਬਰਲ ਦਾ ਹਜੇ ਤੱਕ ਕੁਝ ਲੱਗਦਾ ਨਹੀਂ। ਅੰਦਾਜ਼ਾ ਲਾ ਸਕਦੇ ਵੀ ਕਦੋਂ ਤੱਕ ਇਹ ਖਤਮ ਹੋ ਜਾਣਗੇ, ਜਾਂ ਲੋਕ ਤਾਂ ਹੋਰ ਆਈ ਜਾਣੇ, ਔਰ ਜਿੱਦਾਂ ਪੈਂਡੈਮਿਕ ਦੇ ਵਿੱਚ BC ਨੇ ਪਰਫਾਰਮ ਕੀਤਾ, ਲੋਕ ਹੋਰ ਜ਼ਿਆਦਾ ਆਉਣਗੇ ਇੱਥੇ। ਇਹਦਾ ਮਤਲਬ ਇੱਦਾਂ ਹੀ ਰਹਿਣਗੇ? ਦੇਖੋ, ਪੂਰੀ ਕੋਸ਼ਿਸ਼ ਕਰਦੇ ਹਾਂ। ਇੱਕ ਮੈਂ ਸਰੀ ਸਕੂਲ ਬੋਰਡ ਦਾ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਉਹਨਾਂ ਨੇ ਸਾਡੇ ਨਾਲ ਮਿਲ ਕੇ ਅਸੀਂ ਸਪੈਸ਼ਲ ਪ੍ਰੋਜੈਕਟ ਆਫਿਸ ਬਣਾਇਆ ਸਰੀ ਦੇ ਵਿੱਚ, ਪਹਿਲੀ ਵਾਰੀ ਸਰਕਾਰ ਨੇ। ਉਹਦੇ ਨਾਲ ਸਭ ਕੁਛ ਇੰਨੀ ਛੇਤੀ ਬਣਾਇਆ ਗਿਆ, ਨਹੀਂ ਤਾਂ ਇਹਨਾਂ ਬਣਾਉਣ ਨੂੰ ਵੀ ਬਹੁਤ ਚਿਰ ਲੱਗ ਜਾਣਾ ਸੀ। ਵੀ ਬਿਲਡਿੰਗ ਸਕੂਲਸ ਐਜ਼ ਫਾਸਟ ਐਜ਼ ਵੀ ਕੈਨ। ਹੁਣ ਤੁਸੀਂ ਦੇਖੋ ਕੰਸਟਰਕਸ਼ਨ ਕਿੱਦਾਂ ਹੋ ਰਿਹਾ ਆ। ਜਦੋਂ ਇੱਥੋਂ ਨਿਕਲੂਗੇ ਸਲਵਨ ਸੈਕੰਡਰੀ ਸਕੂਲ ਵੱਲ ਨੂੰ ਕੈਮਰਾ ਘੁਮਾਇਓ, ਉੱਥੇ ਤੁਹਾਨੂੰ ਦਿਸੂਗਾ 800 ਨਿਊ ਸਪਾਟਸ। ਇਹ ਖਤਮ ਕਦੋਂ ਤੱਕ ਹੋ ਜਾਣਗੇ ਜੀ? ਕੋਈ ਟਾਈਮ ਲਾਈਨ? 10 ਸਾਲ, 20 ਸਾਲ? ਇਹ ਤਾਂ ਵੀ ਇੱਦਾਂ ਕਹਿਣ ਦੀ ਆ ਵੀ ਪ੍ਰੋਜੈਕਸ਼ਨ ਨਹੀਂ ਕਰ ਸਕਦੇ, ਪਰ ਸਾਡੀ ਸਰਕਾਰ ਨੇ ਜਿਸ ਜਲਦੀ ਨਾਲ ਕੰਮ ਕਰ ਰਹੇ ਆ, ਕੋਸ਼ਿਸ਼ ਤਾਂ ਸਾਡੀ ਹੈਗੀ ਆ। ਪਰ ਜਿਸ ਤਰ੍ਹਾਂ ਲੋਕ ਇੱਥੇ ਆ ਰਹੇ ਆ, ਵੀ ਨੀਡ ਮੋਰ ਲੈਂਡ, ਵੀ ਨੀਡ ਟੂ ਬਿਲਡ ਮੋਰ ਸਕੂਲਸ। ਅਸੀਂ ਇਹ ਜਿਹੜੇ ਬੱਚੇ ਹੁਣ ਇਹਨਾਂ 'ਚ ਪੜ੍ਹ ਕੇ ਚਲੇ ਗਏ ਇੰਨੇ, ਵੀ ਕਈ ਵਾਰੀ ਉੱਥੇ ਚੂਹੇ ਵੀ ਹੁੰਦੇ ਆ ਤੇ ਕਈ ਵਾਰੀ ਉੱਥੇ ਮੋਲਡ ਵੀ ਹੁੰਦਾ ਇਹਨਾਂ ਪੋਰਟੇਬਲਸ ਦੇ ਵਿੱਚ, ਮਤਲਬ ਉਹਨਾਂ ਨੂੰ ਰੀਅਲ ਕਲਾਸਰੂਮ ਹੀ ਨਹੀਂ ਮਿਲਿਆ। ਇਹਦੇ ਲਈ ਜ਼ਿੰਮੇਵਾਰ ਕੌਣ ਆ? ਕਿਹਨੂੰ ਮੰਨਿਆ ਜਾਵੇ? ਦੇਖੋ, ਉਹ ਕਲਾਸਰੂਮ ਹੁੰਦੇ ਆ, ਉਹਦੇ ਵਿੱਚ ਟੀਚਰ ਵੀ ਹੁੰਦੇ ਆ, ਬਾਕੀ ਸਭ ਕੁਝ ਵੀ ਹੁੰਦਾ ਆ। ਜਿਸ ਬੱਚੇ ਨੇ ਪੜ੍ਹਨਾ ਆ, ਆਪਾਂ ਨੂੰ ਪਤਾ, ਉਹਨੂੰ ਹਨੇਰੀ ਕੋਠੀ ਵਿੱਚ ਵੀ ਬਿਠਾਲ ਦਿਓ ਨਾ, ਉਹ ਬੱਚਾ ਪੜ੍ਹ ਜਾਂਦਾ ਆ। ਜਿਹੜੇ ਬੱਚੇ ਜਦੋਂ ਕਲਾਸਰੂਮ ਵਿੱਚ ਬੈਠ ਜਾਂਦੇ ਆ ਨਾ, ਉਹ ਇੱਕ ਦੂਸਰੇ ਨਾਲ ਜਿਹੜੀ ਉਹਨਾਂ ਦੀ ਰਿਲੇਸ਼ਨਸ਼ਿਪਸ ਹੁੰਦੀ ਆ, ਉਹ ਹੁੰਦੀ ਆ। ਟੀਚਰਸ ਨੇ ਪੜ੍ਹਾਉਣਾ ਆ, ਟੀਚਰਸ ਵੀ ਵਧੀਆ ਹੈਗੇ ਆ। ਸੋ ਇਸ ਕਰਕੇ ਜ਼ਰੂਰ ਕਮੀ ਹੈਗੀ ਆ। ਪਰ ਕਈ ਇਲਾਕਿਆਂ ਦੇ ਵਿੱਚ ਸਕੂਲਸ ਵੀ ਪੋਰਟੇਬਲਸ ਹੀ, ਮੋਡਿਊਲਰ ਸਕੂਲਸ ਬਣਾਉਣ ਲੱਗ ਪਏ ਆ। ਨੌਰਦਰਨ ਅਲਬਰਟਾ ਦੇ ਵਿੱਚ ਮੋਡਿਊਲਰ ਸਕੂਲਸ ਹੀ ਹੁੰਦੇ ਆ। ਉਹਨਾਂ ਨੂੰ ਪਤਾ ਜਦੋਂ ਉੱਥੇ ਵੀ ਜਾਂ ਮਾਈਨ ਜਾਂ ਜਿੱਥੇ ਵੀ ਤੇਲ ਕੱਢਦੇ ਖਤਮ ਹੋ ਗਿਆ, ਸਕੂਲ ਨੂੰ ਹੀ ਚੁੱਕ ਕੇ ਲੈ ਜਾਵਾਂਗੇ। ਸੋ ਬਹੁਤ ਡਿਫਰੈਂਟ ਤਰੀਕੇ ਹੈਗੇ ਆ ਜਿਹਦੇ ਨਾਲ ਤੁਸੀਂ ਸੁਧਾਰ ਲਿਆ ਸਕਦੇ ਆ। ਸਰਕਾਰ ਦਾ ਕੰਮ ਹੈਗਾ ਆ ਵੀ ਇਨਫਰਾਸਟ੍ਰਕਚਰ ਨੂੰ ਬਿਲਡ ਕਰਨਾ। ਜਿਨੀ ਜੀ, ਇਸੇ ਕਰਕੇ ਅਸੀਂ ਤੁਹਾਡੇ ਕੋਲ ਆਏ ਹਾਂ ਕਿ ਤੁਹਾਨੂੰ ਸਕੂਲਾਂ ਬਾਰੇ ਵੀ ਚੰਗੀ ਤਰ੍ਹਾਂ ਪਤਾ ਤੇ ਤੁਸੀਂ ਸਰਕਾਰ ਦੇ ਵਿੱਚ ਵੀ ਹੋ। ਹੁਣ ਜਾਂ ਤਾਂ ਅਸੀਂ ਇਹ ਮੰਨ ਲਈਏ ਵੀ ਇਹਦੇ 'ਚ ਕੋਈ ਫਰਕ ਨਹੀਂ ਆ, ਇਹ ਸਕੂਲ ਠੀਕ ਆ, ਇੱਦਾਂ ਦੇ ਵੀ ਬਣੀ ਜਾਣ, ਨਿਆਣਿਆਂ ਨੇ ਜਿਹੜੇ ਹਨੇਰੀ ਕੋਠੜੀ 'ਚ ਪੜ੍ਹਨਾ ਉਹਨੇ ਤਾਂ ਪੜ੍ਹੀ ਜਾਣਾ, ਜਾਂ ਅਸੀਂ ਮੰਨੀਏ ਕਿ ਨਹੀਂ, ਅਸਲ ਦੇ ਵਿੱਚ ਚਾਹੀਦੇ ਇਹ ਹੁੰਦੇ ਆ ਤੇ ਪਰ ਮਜਬੂਰੀ ਆ ਵੀ ਨਿਆਣਿਆਂ ਨੂੰ ਇਹਦੇ 'ਚ ਪੜ੍ਹਨਾ ਪੈ ਰਿਹਾ। ਕੀ ਲੱਗਦਾ ਜੀ? ਹਰੇਕ ਬੱਚੇ ਦਾ ਹੱਕ ਹੈਗਾ ਆ ਫॉर ਅ ਰੀਅਲ ਕਲਾਸਰੂਮ ਇਨ ਅ ਰੀਅਲ ਸਕੂਲ। ਪੋਰਟੇਬਲਸ ਆਰ ਅ ਮੈਜਰ till the schools get built. ਜਿੰਨੀ ਸਿਮਸ ਹੋਣਾ ਤੋਂ ਬਾਅਦ ਅਸੀਂ ਆਏ ਹਾਂ ਗੈਰੀ ਥਿੰਦ ਹੋਣਾ ਕੋਲ। ਗੈਰੀ ਥਿੰਦ ਸਕੂਲ ਟਰਸਟੀ ਨੇ ਇੱਥੇ ਕਮਿਊਨਿਟੀ ਦੇ ਵਿੱਚ ਜਾਣੇ ਪਛਾਣੇ ਨੇ। MLA ਦੀ ਲਿਬਰਲਸ ਵੱਲੋਂ ਇਲੈਕਸ਼ਨ ਵੀ ਲੜ ਚੁੱਕੇ ਨੇ। ਥਿੰਦ ਸਾਹਿਬ, ਪੋਰਟੇਬਲਸ ਹਟ ਜਾਣਗੇ? ਕੌਣ ਜ਼ਿੰਮੇਵਾਰ ਆ? ਕਦੇ ਹਟਣਗੇ ਕਿ ਨਹੀਂ ਜੀ? ਦੇਖੋ ਜੀ, ਪਹਿਲਾਂ ਤਾਂ ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪੋਰਟੇਬਲਸ ਦੀ ਸਰੀ ਦੇ ਵਿੱਚ ਇੱਕ ਬਹੁਤ ਹੀ ਗੰਭੀਰ ਸਮੱਸਿਆ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਏਗਾ ਕਿ ਜਦੋਂ NDP ਸਰਕਾਰ ਹੋਂਦ ਵਿੱਚ ਆਈ ਹੈ ਅੱਜ ਤੋਂ ਤਕਰੀਬਨ 6 ਸਾਲ ਪਹਿਲਾਂ, ਤਾਂ ਇਹਨਾਂ ਨੇ ਇੱਕ ਵਾਅਦਾ ਕੀਤਾ ਸੀਗਾ ਸਰੀ ਦੇ ਵੋਟਰਸ ਨੂੰ, ਸਾਰੇ ਹੀ MLAs ਨੇ, ਇਨਕਲੂਡਿੰਗ ਇਹਨਾਂ ਦੇ ਜਿਹੜੇ ਮਾਨਯੋਗ ਪ੍ਰੀਮੀਅਰ ਜੌਨ ਹੌਰਗਨ ਸਾਹਿਬ ਹੋਰਾਂ ਨੇ, ਕਿ ਅਸੀਂ ਸਰੀ ਦੇ ਵਿੱਚੋਂ ਅਗਲੇ 4 ਸਾਲਾਂ ਦੇ ਵਿੱਚੋਂ ਪੋਰਟੇਬਲਸ ਖਤਮ ਕਰ ਦਿਆਂਗੇ। ਅਫੀਸ਼ੀਅਲ ਰਿਕਾਰਡਿੰਗ ਹੈਗੀਆਂ ਉਹ ਸਟੇਟਮੈਂਟ ਦੀਆਂ, ਰਾਈਟ। ਤੇ ਹੋਇਆ ਕਿ ਜੀ 4 ਸਾਲ ਮੁੱਕ ਗਏ। ਪੋਰਟੇਬਲਸ ਜਿਹੜੇ ਉਸ ਟਾਈਮ 250 ਸੀਗੇ, ਜਦੋਂ ਇਹਨਾਂ ਨੇ ਇਲੈਕਸ਼ਨ ਦੁਬਾਰਾ ਹੋਏ ਤਾਂ ਤਕਰੀਬਨ ਸਰੀ ਦੇ ਵਿੱਚ 350 ਪੋਰਟੇਬਲ ਸੀਗੇ। ਤੇ ਅੱਜ ਵੀ ਜਿਹੜੀ ਪੋਰਟੇਬਲਸ ਦੀ ਗਿਣਤੀ ਆ ਸਰੀ ਦੇ ਵਿੱਚ 345 ਪੋਰਟੇਬਲਸ ਸਾਡੇ ਕੋਲੇ ਪਏ ਹੈਗੇ ਆ। ਸੋ 6 ਸਾਲ ਇਸ ਗੌਰਮੈਂਟ ਨੂੰ ਹੋਂਦ ਵਿੱਚ ਆਇਆ ਨੂੰ ਹੋ ਗਏ। ਵਾਅਦੇ ਜਿਹੜੇ ਕੀਤੇ ਸੀਗੇ ਉਹ ਸਭ ਦੇ ਸਭ ਝੂਠੇ ਨਿਕਲੇ। ਪੋਰਟੇਬਲਸ ਜੇ ਆਪਾਂ ਸਰੀ ਦੇ ਵਿੱਚੋਂ ਖ਼ਤਮ ਕਰਨੇ ਆ ਨਾ ਜੀ, ਤਾਂ ਸਿਰਫ ਇੱਕੋ ਹੀ ਹੱਲ ਹੈਗਾ, ਉਹ ਹੈਗਾ ਵੀ ਜਿਹੜੀ ਸਾਡੀ $1.1 ਬਿਲੀਅਨ ਦੀ ਡਿਮਾਂਡ ਹੈਗੀ ਆ, ਸਰੀ ਦੀ ਜਿਹੜੀ ਕੈਪੀਟਲ ਡਿਮਾਂਡ ਹੈ, ਉਹਨੂੰ ਜਿਹੜਾ ਰਾਈਟ ਵੇ ਜਿਹੜੀ ਵੀ ਸਰਕਾਰ ਆਉਂਦੀ ਆ, ਚਾਹੇ ਲਿਬਰਲ ਆਏ, ਚਾਹੇ NDP ਆਏ, ਜਾਂ ਕੋਈ ਹੋਰ ਸਰਕਾਰ ਆਵੇ, ਜਿੰਨੀ ਚਿਰ ਤੱਕ ਇੱਕ ਬਹੁਤ ਵੱਡੀ ਰਾਸ਼ੀ ਜਿਹੜੀ ਸਰੀ ਨੂੰ, ਜਿਹੜੀ ਕਿ ਆਪਾਂ $1 ਬਿਲੀਅਨ ਤੋਂ ਉੱਤੇ ਦੀ ਗੱਲ ਕਰ ਰਹੇ ਹਾਂ, ਜੇ ਨਹੀਂ ਮਿਲੇਗੀ, ਪੋਰਟੇਬਲ ਦੀ ਸਮੱਸਿਆ ਸਰੀ ਦੇ ਵਿੱਚੋਂ ਨਹੀਂ ਹੱਲ ਹੋਣੀ। ਸੋ ਜੇ ਆਪਾਂ ਸਰੀ ਦੀ ਗੱਲ ਕਰੀਏ, ਜੇ ਸਰੀ ਨੂੰ ਤੁਸੀਂ ਹਰ ਸਾਲ ਜੇ
ਕਹੋ ਵੀ ਅਸੀਂ 2 ਜਾਂ 3 ਸਕੂਲ ਨਵੇਂ ਦੇ ਦਿੰਨੇ ਆ, ਉਹਦੇ ਨਾਲ ਸਰੀ ਦੇ ਵਿੱਚੋਂ ਪੋਰਟੇਬਲਸ ਦੀ ਜਿਹੜੀ ਸਮੱਸਿਆ ਹੱਲ ਨਹੀਂ ਹੋਣੀ। ਕਿਉਂਕਿ ਜੇ ਆਪਾਂ ਸਰੀ ਦੀ ਗਰੋਥ ਦੀ ਗੱਲ ਕਰੀਏ ਤਾਂ ਹਰ ਸਾਲ ਸਾਡੇ ਕੋਲੇ ਤਕਰੀਬਨ 1000 ਨਵਾਂ ਜਿਹੜਾ ਉਹ ਸਟੂਡੈਂਟ ਬੱਚਾ ਜਿਹੜਾ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਆ ਰਿਹਾ। 1000 ਸਟੂਡੈਂਟ ਮਤਲਬ ਕਿ ਸਾਨੂੰ 2 ਐਲੀਮੈਂਟਰੀ ਸਕੂਲ ਤੇ 1 ਸੈਕੰਡਰੀ ਸਕੂਲ ਸਿਰਫ ਸਾਡੀ ਗਰੋਥ ਨੂੰ ਆਪਣੇ ਮੈਚ ਕਰਨ ਨੂੰ ਚਾਹੀਦਾ ਹੈਗਾ। ਸੋ ਜੇ ਤੁਸੀਂ 3 ਸਕੂਲਾਂ ਨਾਲ ਸਿਰਫ ਗਰੋਥ ਨੂੰ ਹੀ ਮੈਚ ਕਰ ਰਹੇ ਹੋ ਤਾਂ ਜਦੋਂ ਦੀ NDP ਸਰਕਾਰ ਹੋਣ ਦੇ ਵਿੱਚ ਆਈ ਹੈ, ਇਹਨਾਂ ਨੇ ਸਾਨੂੰ ਜਿਹੜੇ ਸਕੂਲ ਦਿੱਤੇ ਆ ਉਹ ਸਾਡੀ ਗਰੋਥ ਨੂੰ ਕੈਚਅਪ ਕਰਨ ਲਈ ਵੀ ਅਨਫ ਨਹੀਂ ਹੈਗੇ। ਹਾਂ, ਜੇ ਲਿਬਰਲ ਗਵਰਨਮੈਂਟ ਦੀ ਗੱਲ ਕਰੀਏ ਪਿਛਲੀ ਦੀ, ਤਾਂ ਉਹਨਾਂ ਨਾਲੋਂ ਇਹਨਾਂ ਨੂੰ ਬਹੁਤ ਜ਼ਿਆਦਾ ਸਾਨੂੰ ਜਿਹੜੇ ਨਵੇਂ ਸਕੂਲ ਜਾਂ ਆਡੀਸ਼ਨਸ ਆ ਜਿਹੜੀ ਉਸ ਹਿਸਾਬ ਨਾਲ ਫੰਡਿੰਗ ਮਿਲ ਰਹੀ ਹੈਗੀ ਆ। ਪਰ ਜੋ ਪ੍ਰੋਮਿਸ ਇਹ ਸੀਗਾ ਕਿ ਅਸੀਂ ਸਰੀ ਦੇ ਵਿੱਚੋਂ ਪੋਰਟੇਬਲਸ ਖਤਮ ਕਰਾਂਗੇ। ਜਦੋਂ ਇਹ ਸਰਕਾਰ ਹੋਂਦ ਵਿੱਚ ਆਈ ਸੀ 250 ਪੋਰਟੇਬਲ ਸੀਗੇ, ਅੱਜ 345 ਪੋਰਟੇਬਲ ਆ। ਸਾਰੇ ਮੈਥ ਆਪੇ ਕਰ ਸਕਦੇ ਜੀ। ਤੁਹਾਡਾ ਕੀ ਕੰਮ ਹੁੰਦਾ ਇੱਕ ਸਕੂਲ ਟਰਸਟੀ ਦਾ? ਤੁਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ, ਇਹਨਾਂ ਨੂੰ ਕਹਿ ਨਹੀਂ ਸਕਦੇ ਸਰਕਾਰਾਂ ਨੂੰ ਇੰਨਾ ਪੈਸਾ ਚਾਹੀਦਾ? ਬੜੀ ਸਿੱਧੀ ਜੀ ਤੁਸੀਂ ਹੱਲ ਦੱਸਿਆ ਵੀ ਇੰਨੀ ਮਨੀ ਮਿਲ ਜੇ ਤਾਂ ਸਮੱਸਿਆ ਹੱਲ ਹੋ ਸਕਦੀ ਹੈ। ਕਿਉਂ ਨਹੀਂ ਦਿੰਦੇ? ਮਨੀ ਹੈ ਨਹੀਂ, ਮਸਲਾ ਕਿੱਥੇ ਹੈ ਜੀ? ਦੇਖੋ, ਜਿਹੜਾ ਮਿਨਿਸਟਰੀ ਆਫ ਐਜੂਕੇਸ਼ਨ ਦਾ ਜੇ ਕੈਪੀਟਲ ਦੀ ਗੱਲ ਕਰੀਏ ਤਾਂ ਪੂਰੇ BC ਦਾ ਜਿਹੜਾ ਆਹ ਵਾਲਾ ਸਾਲ ਦਾ ਬਜਟ ਆ ਉਹਦੇ ਵਿੱਚ ਸਿਰਫ $1 ਬਿਲੀਅਨ ਉਹਨਾਂ ਨੇ ਰਾਖਵਾਂ ਰੱਖਿਆ ਪੂਰੇ ਸੂਬੇ ਦਾ। ਤੇ ਉਹਦੇ ਵਿੱਚੋਂ ਜੇ ਆਪਾਂ ਕਹੀਏ 1 ਬਿਲੀਅਨ ਦੇ ਵਿੱਚੋਂ ਤੁਸੀਂ ਸਰੀ ਨੂੰ ਹੀ 1 ਬਿਲੀਅਨ ਦੇ ਦਿਓ ਤਾਂ ਬਾਕੀ ਜਿਹੜੇ ਉਹ ਸਿਟੀਜ਼ ਹੈ ਹੋਰ ਸਕੂਲ ਡਿਸਟ੍ਰਿਕਟਸ ਆ ਉਹਨਾਂ ਨੇ ਕਿੱਥੇ ਜਾਣਾ ਹੈਗਾ। ਸੋ ਸੂਬਾ ਸਰਕਾਰ ਨੂੰ ਕੋਈ ਵੀ ਗਵਰਨਮੈਂਟ ਆਉਂਦੀ ਹੈਗੀ ਆ, ਚਾਹੇ ਉਹ NDP ਹੋਵੇ ਚਾਹੇ ਲਿਬਰਲ ਸਰਕਾਰ ਹੋਵੇ, ਚਾਹੀਦਾ ਇਹ ਹੈਗਾ ਵੀ ਜਿਹੜੇ ਕੈਪੀਟਲ ਫੰਡਿੰਗ ਹੈਗੀ ਆ ਉਹਨੂੰ ਕੋਈ ਇੱਕ ਸਪੈਸ਼ਲ ਮਾਡਲ ਦੇ ਕੇ ਕਿਸੇ ਇੱਕ ਪਾਰਟਿਕੂਲਰ ਈਅਰ ਦੇ ਵਿੱਚ ਮੈਕਸਿਮਮ ਫੰਡਿੰਗ ਦਿੱਤੀ ਜਾਵੇ, ਤਾਂ ਜੋ ਜਿਹੜੇ ਬਹੁਤ ਹੀ ਜ਼ਿਆਦਾ ਰਫ਼ਤਾਰ ਨਾਲ ਜਿਹੜੇ ਸਕੂਲ ਡਿਸਟ੍ਰਿਕਟ ਵੱਧ ਰਹੇ ਜਿਨ੍ਹਾਂ ਦੇ ਵਿੱਚ ਸਰੀ ਪਹਿਲੇ ਨੰਬਰ ਦੇ ਉੱਤੇ ਆ, ਐਟਲੀਸਟ ਉਹਨਾਂ ਦੀ ਜਿਹੜੀ ਪੋਰਟੇਬਲਸ ਦੀ ਸਮੱਸਿਆ ਉਹਨੂੰ ਜਿਹੜਾ ਕੋਈ ਨਾ ਕੋਈ ਉਹਦਾ ਹੱਲ ਹੋ ਸਕਦਾ। ਉਸੇ ਤਰੀਕੇ ਨਾਲ ਹੀ ਹੋ ਸਕਦਾ ਜਦੋਂ ਇੱਕ ਬਹੁਤ ਹੀ ਵੱਡੀ ਰਾਸ਼ੀ ਜਿਹੜੀ ਸਰੀ ਸਕੂਲ ਡਿਸਟ੍ਰਿਕਟ ਨੂੰ ਦਿੱਤੀ ਜਾਊਗੀ। ਤੇ ਜਦੋਂ ਥਿੰਦ ਸਾਹਿਬ ਤੁਸੀਂ ਸਿਟੀ ਦੇ ਵਿੱਚ ਵੀ ਜਾਣਦੇ ਹੋ ਸਾਰੇ ਕੁਛ ਨੂੰ, ਜਿਹੜੀ ਇਹ ਪਲੈਨਿੰਗ ਹੁੰਦੀ ਆ ਵੀ ਟਾਊਨ ਹਾਊਸਿਸ ਬਣ ਰਹੇ ਆ, ਇੰਨੇ ਲੋਕ ਰਹਿ ਰਹੇ ਆ, ਬਾਕੀ ਚੀਜ਼ਾਂ ਨਹੀਂ ਇਹਦੇ ਨਾਲ ਲਈਆਂ ਜਾਂਦੀਆਂ ਵੀ ਇੰਨੇ ਜੇ ਲੋਕ ਰਹਿ ਰਹੇ ਨਾਲ ਇੰਨੀਆਂ ਪਾਰਕ ਤੇ ਇੰਨੇ ਸਕੂਲ ਜ਼ਰੂਰੀ ਆ? ਦੇਖੋ, ਲੰਬੇ ਸਮੇਂ ਤੋਂ ਜਿਹੜੀ ਬਹੁਤ ਜ਼ਿਆਦਾ ਆਪਾਂ ਕਹੀਏ ਵੀ ਕੋਲੈਬੋਰੇਟਿਵ ਤਰੀਕੇ ਦੇ ਨਾਲ ਇਹ ਪਲੈਨਿੰਗ ਨਹੀਂ ਹੋਈ। ਪਿਛਲੇ ਤਕਰੀਬਨ 4 ਜਾਂ 5 ਸਾਲਾਂ ਤੋਂ ਇਹ ਜਿਹੜੀ ਪਲੈਨਿੰਗ ਸਟਾਰਟ ਹੋਈ ਆ, ਜਿਹਦੇ ਵਿੱਚ ਸਿਟੀ, ਸਕੂਲ ਡਿਸਟ੍ਰਿਕਟ ਤੇ ਮਿਨਿਸਟਰੀ ਆਫ ਐਜੂਕੇਸ਼ਨ, ਇਹ ਤਿੰਨੋਂ ਹੀ ਜਿਹੜੇ ਅਦਾਰੇ ਹੈਗੇ ਇਕੱਠੇ ਬੈਠਦੇ ਆ ਤੇ ਉਹਦੇ ਵਿੱਚ ਇੱਕ ਕੈਪੀਟਲ ਪ੍ਰੋਜੈਕਟ ਆਫਿਸ ਸਰੀ ਨੂੰ ਇੱਕ ਦਿੱਤਾ ਗਿਆ, ਜਿਹੜਾ ਕਿ ਪੂਰੇ ਸੂਬੇ ਵਿੱਚ ਹੋਰ ਕਿਸੇ ਵੀ ਸਕੂਲ ਡਿਸਟ੍ਰਿਕਟ ਦੇ ਵਿੱਚ ਨਹੀਂ ਹੈਗਾ। ਕੈਪੀਟਲ ਪ੍ਰੋਜੈਕਟ ਆਫਿਸ ਦਾ ਕੰਮ ਇਹ ਹੈਗਾ ਸਰੀ ਦੇ ਵਿੱਚ, ਜਿਹਦੇ ਵਿੱਚ ਕਿ ਸਕੂਲ ਡਿਸਟ੍ਰਿਕਟ ਦੇ ਵੀ ਨੁਮਾਇੰਦੇ ਹੈਗੇ, ਐਜੂਕੇਸ਼ਨ ਮਿਨਿਸਟਰੀ ਦੇ ਵੀ ਨੁਮਾਇੰਦੇ ਹੈਗੇ ਆ, ਫਾਈਨੈਂਸ ਮਿਨਿਸਟਰੀ ਵਾਲੇ ਪਾਸੋਂ ਵੀ ਨੁਮਾਇੰਦੇ ਹੈਗੇ ਤੇ ਸਿਟੀ ਵੱਲੋਂ ਵੀ ਨੁਮਾਇੰਦੇ ਹੈਗੇ ਆ। ਉਹਨਾਂ ਦਾ ਕੰਮ ਇਹ ਹੈ ਵੀ ਇਹੀ ਫਾਈਂਡ ਆਊਟ ਕਰਨਾ ਵੀ ਕਿਹੜੇ ਏਰੀਆਜ਼ ਦੇ ਵਿੱਚ ਹੁਣ ਅੱਗੇ ਗਰੋਥ ਹੋਣੀ ਆ, ਕਿੱਥੇ ਸਾਨੂੰ ਲੈਂਡ ਹੁਣੇ ਪਰਚੇਜ਼ ਕਰਨ ਦਾ ਲੋੜ ਹੈਗੀ ਆ ਤੇ ਕਿੱਥੇ ਸਾਨੂੰ ਆਡੀਸ਼ਨ ਕਰਨ ਦੀ ਲੋੜ ਹੈਗੀ ਆ, ਕਿੱਥੇ ਅਸੀਂ ਨਵੇਂ ਸਕੂਲ ਬਣਾਉਣੇ ਆ। ਜੇ ਇਹ ਪਲੈਨਿੰਗ ਅੱਜ ਤੋਂ 15 ਜਾਂ 20 ਸਾਲ ਪਹਿਲਾਂ ਹੋਈ ਹੁੰਦੀ ਤਾਂ ਜਿਹੜੇ ਹੁਣ ਆਹ ਸਲੀਵਨ ਏਰੀਏ ਦੇ ਵਿੱਚ ਅਸੀਂ $35 ਮਿਲੀਅਨ ਦੀ ਲੈਂਡ ਬਾਏ ਕੀਤੀ ਆ, ਹੋ ਸਕਦਾ ਇਹ ਲੈਂਡ ਉਦੋਂ ਸਾਨੂੰ ਤਕਰੀਬਨ $1 ਮਿਲੀਅਨ ਜਾਂ ਉਹਦੇ ਤੋਂ ਵੀ ਘੱਟ ਦੀ ਮਿਲ ਜਾਂਦੀ। ਸੋ ਜਿਹੜੀ ਪਲੈਨਿੰਗ ਹੈ, ਜਿਹੜੀ ਲੈਂਡ ਪਹਿਲਾਂ ਪਰਚੇਜ਼ ਕਰਨ ਦੀ, ਉਹ ਬਹੁਤ ਹੀ ਜ਼ਰੂਰੀ ਹੈਗੀ ਆ। ਮਿਨਿਸਟਰੀ ਦੀ ਗਾਈਡਲਾਈਨਸ ਕੋਈ ਡਿਫਰੈਂਟ ਹੈਗੀਆਂ। ਉਹਨਾਂ ਦੀ ਇਹ ਹੈ ਵੀ ਜਦੋਂ ਇੱਕ ਸਰਟੇਨ ਅਮਾਊਂਟ ਦੀ ਪੋਪੂਲੇਸ਼ਨ ਕਿਸੇ ਏਰੀਏ ਵਿੱਚ ਨਹੀਂ ਹੋ ਸਕਦੀ, ਉੱਥੇ ਤੁਸੀਂ ਨਵੀਂ ਲੈਂਡ ਨਹੀਂ ਬਾਏ ਕਰ ਸਕਦੇ, ਨਵਾਂ ਸਕੂਲ ਨਹੀਂ ਬਣਾ ਸਕਦੇ। ਸੋ ਕੁਛ ਪਾਲਿਸੀ ਜਿਹੜੀਆਂ ਉਹ ਮਿਨਿਸਟਰੀ ਲੈਵਲ 'ਤੇ ਵੀ ਚੇਂਜ ਕਰਨ ਦੀ ਲੋੜ ਹੈਗੀ ਆ। ਸਿਟੀ ਵੱਲੋਂ ਜਿਹੜੇ ਆਪਣੇ ਮੌਜੂਦਾ ਮਾਨਯੋਗ ਡਗ ਮੁਕੱਲਮ ਸਾਹਿਬ ਮੇਅਰ ਹੈਗੇ ਆ, ਉਹਨਾਂ ਵੱਲੋਂ ਬਹੁਤ ਹੀ ਜ਼ਿਆਦਾ ਸਾਨੂੰ ਸਹਿਯੋਗ ਦਿੱਤਾ ਜਾ ਰਿਹਾ ਅੱਜ ਦੀ ਤਰੀਕ ਦੇ ਵਿੱਚ, ਕਿ ਜਿਹੜੇ ਸਿਟੀ ਦੇ ਵਿੱਚ ਜੋ ਵੀ ਕਾਰਗੁਜ਼ਾਰੀ ਹੋ ਰਹੀ ਹੈ ਸਕੂਲਾਂ ਨੂੰ ਲੈ ਕੇ, ਚਾਹੇ ਉਹ ਪਰਮਿਟਸ ਦੀ ਗੱਲ ਹੈ, ਚਾਹੇ ਪੋਰਟੇਬਲਸ ਦੀ ਮੂਵਿੰਗ ਦੀ ਗੱਲ ਹੈ, ਉਹਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਗੰਭੀਰਤਾ ਨਾਲ ਲਿਆ ਜਾ ਰਿਹਾ ਤੇ ਬੜੀ ਰਫ਼ਤਾਰ ਨਾਲ ਜਿਹੜਾ ਕੰਮ ਸਾਡਾ ਹੋ ਰਿਹਾ ਹੈਗਾ। ਸੋ ਉਸ ਲਈ ਮੈਂ ਸਿਟੀ ਦਾ ਤੇ ਮੇਅਰ ਦਾ ਤੇ ਸਾਰੇ ਹੀ ਕਾਉਂਸਲਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ। ਤੇ ਸਭ ਆਖਰੀ ਸਵਾਲ, ਕਾਰਨ ਕੋਈ ਵੀ ਰਿਹਾ ਹੋਵੇ ਕਿ NDP ਸੀ, ਲਿਬਰਲ ਸੀ, ਸਿਟੀ ਸੀ, ਇਹਦੀ ਪਲੈਨਿੰਗ ਆ, ਕੀ ਮਾਮਲਾ ਆ? ਜਿਹੜੇ ਬੱਚੇ ਪੋਰਟੇਬਲ 'ਚ ਪੜ੍ਹ ਰਹੇ ਆ ਜਾਂ ਪੜ੍ਹ ਕੇ ਚਲੇ ਗਏ, ਉਹ ਦੁਬਾਰਾ ਉਹਨਾਂ ਕੋਲੇ ਟਾਈਮ ਨਹੀਂ ਆਉਣਾ ਲਾਈਫ ਦੇ ਵਿੱਚ। ਅਸੀਂ ਦੁਨੀਆ ਦੇ ਇੱਕ ਬਿਹਤਰੀਨ ਦੇਸ਼ ਦੇ ਵਿੱਚ ਰਹਿ ਰਹੇ ਹਾਂ ਤੇ ਉਹਦੇ ਸਕੂਲਾਂ ਦੇ ਵਿੱਚ ਜਿੱਥੇ ਮੋਲਡ ਵੀ ਹੋਵੇ ਤੇ ਜਿੱਥੇ ਚੂਹੇ ਵੀ ਦੌੜੇ ਫਿਰਦੇ ਹੁਣ, ਵਾਸ਼ਰੂਮ ਵੀ ਨਾ ਹੋਵੇ, ਉਹ ਬੱਚਿਆਂ ਦੇ ਨੁਕਸਾਨ ਦਾ ਜ਼ਿੰਮੇਵਾਰ ਤੁਹਾਡੇ ਹਿਸਾਬ ਨਾਲ ਕੌਣ ਆ? ਕਿਹਦੇ ਸਿਰ ਜ਼ਿੰਮੇਵਾਰੀ ਪਾਉਣੀ ਚਾਹੀਦੀ ਆ ਵੀ ਆਹ ਬੰਦਾ ਜ਼ਿੰਮੇਵਾਰ ਆ ਕਿ ਬੱਚੇ ਪੋਰਟੇਬਲ 'ਚ ਪੜ੍ਹ ਗਏ?
ਡਾਇਰੈਕਟਲੀ ਜਿਹੜੀ ਜੇ ਆਪਾਂ ਗੱਲ ਕਰੀਏ ਤਾਂ ਸੂਬਾ ਸਰਕਾਰ ਹੈ ਜੀ, ਚਾਹੇ ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਐਨਡੀਪੀ ਹੈ ਚਾਹੇ ਲਿਬਰਲ ਹੈ। ਜੇ ਇਨਡਾਇਰੈਕਟਲੀ ਗੱਲ ਕਰੀਏ ਕਿਤੇ ਨਾ ਕਿਤੇ ਸਕੂਲ ਡਿਸਟ੍ਰਿਕਟ ਤੇ ਸਿਟੀ ਵੀ ਉਹਦੇ ਵਿੱਚ ਆਪਣੇ ਜ਼ਿੰਮੇਵਾਰ ਹੋਣੇ ਚਾਹੀਦੇ ਆ, ਕਿਉਂਕਿ ਜੇ ਪਲੈਨਿੰਗ ਦੀ ਗੱਲ ਕਰੀਏ ਤਾਂ ਪਲੈਨਿੰਗ ਪ੍ਰੋਪਰ ਹੋਣੀ ਚਾਹੀਦੀ ਆ। ਵੀ ਕਿਸੇ ਵੀ ਹੁਣ ਸਿਟੀ ਦੀ ਜ਼ਿੰਮੇਵਾਰੀ ਸੀਗੀ, ਜਦੋਂ ਵੀ ਤੁਸੀਂ ਕੋਈ ਨਵੀਂ ਐਨਸੀਪੀ ਲੈ ਕੇ ਆਉਂਦੇ ਹੋ ਉਹਦੇ ਵਿੱਚ ਜਿਹੜੀ ਸਕੂਲਾਂ ਲਈ ਜਾਂ ਪਾਰਕ ਲਈ ਜਿਹੜੀ ਜਗ੍ਹਾ ਉਹ ਵੀ ਰੱਖਣੀ ਚਾਹੀਦੀ ਸੀਗੀ, ਉਹ ਪਹਿਲਾਂ ਪਲੈਨਿੰਗਸ ਦੇ ਵਿੱਚ ਨਹੀਂ ਹੋਈਆਂ ਹੈਗੀਆਂ। ਪੋਰਟ ਕੈਲਸ ਸਾਨੂੰ ਪਤਾ ਹੁਣ ਨੈਕਸਟ ਡਿਵੈਲਪਮੈਂਟ ਏਰੀਆ ਹੈਗਾ, ਪੋਰਟ ਕੈਲਸ ਦੇ ਵਿੱਚ ਸਕੂਲ ਦੀ ਲੈਂਡ ਜਿਹੜੀ ਅੱਜ ਤੋਂ 4-5 ਸਾਲ ਪਹਿਲਾਂ ਹੀ ਜਿਹੜੀ ਉੱਥੇ ਬਾਏ ਕਰ ਲਈ ਸੀ। ਇਹੋ ਜਿਹੀ ਪਲੈਨਿੰਗ ਜਿਹੜੀ ਉਹ ਅੱਜ ਤੋਂ 20-25 ਸਾਲ 30 ਸਾਲ ਪਹਿਲਾਂ ਦੀ ਜਿਹੜੀ ਹੋਣੀ ਬਹੁਤ ਜ਼ਰੂਰੀ ਸੀ, ਜਿਹੜੀ ਨਹੀਂ ਹੋਈ, ਜਿਹਦਾ ਕਿ ਖਜ਼ਾਨਾ ਅਸੀਂ ਅੱਜ ਭੁਗਤ ਰਹੇ ਹਾਂ। ਹਾਂਜੀ, ਸੂਬਾ ਸਰਕਾਰ ਦਾ ਸਾਰਿਆਂ ਨਾਲੋਂ ਵੱਡਾ ਇਹਦੇ ਵਿੱਚ ਯੋਗਦਾਨ ਹੈ, ਕਿਉਂਕਿ ਸੂਬਾ ਸਰਕਾਰ ਵੱਲੋਂ ਫੰਡਿੰਗ ਆਉਂਦੀ ਆ। ਬਿਨਾਂ ਫੰਡਿੰਗ ਤੋਂ ਨਾ ਤੁਸੀਂ ਲੈਂਡ ਪਰਚੇਜ਼ ਕਰ ਸਕਦੇ ਹੋ, ਨਾ ਨਵਾਂ ਸਕੂਲ ਬਣਾ ਸਕਦੇ ਹੋ, ਤੇ ਨਾ ਹੀ ਕੋਈ ਐਡੀਸ਼ਨ ਕਰ ਸਕਦੇ ਹੋ ਜੀ। ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ, ਮਿਹਰਬਾਨੀ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ, ਤੁਸੀਂ ਵਿਚਾਰ ਸੁਣ ਲਿਆ, ਜਿੰਨੀ ਸਿਮਸ ਹੋਣਾ ਦੇ, ਗੈਰੀ ਥਿੰਦ ਹੋਣਾ ਦੇ। ਜ਼ਿੰਮੇਵਾਰ ਪਤਾ ਨਹੀਂ ਕੌਣ ਆ, ਪਰ ਇਹਦਾ ਭੁਗਤਣਾ ਬੱਚਿਆਂ ਨੂੰ ਪਿਆ ਤੇ ਅੱਜ ਵੀ ਭੁਗਤ ਰਹੇ ਆ। ਕਿਸੇ ਨਾ ਕਿਸੇ ਪੱਖ ਤੋਂ ਜ਼ਿੰਮੇਵਾਰ ਲੋਕ ਵੀ ਨੇ ਜਿਹੜੇ ਸਵਾਲ ਨਹੀਂ ਕਰ ਰਹੇ ਕਿ ਪੋਰਟੇਬਲਸ, ਜਦੋਂ ਇਲੈਕਸ਼ਨ ਹੁੰਦੀ ਆ ਉਹਦੇ ਤੋਂ ਪਹਿਲਾਂ ਇੱਕ ਮਸਲਾ ਜਿਹਾ ਆਉਂਦਾ, ਕੁਝ ਨੰਬਰ ਸਾਨੂੰ ਦਿੱਤੇ ਜਾਂਦੇ ਆ ਤੇ ਲੋਕ ਉਹਦੇ ਪਿੱਛੇ ਉਲਝ ਕੇ ਰਹਿ ਜਾਂਦੇ ਆ। ਪੋਰਟੇਬਲਸ ਆ ਗਏ ਚਲੇ ਗਏ, ਉਹ ਆਪਣਾ ਨੰਬਰ ਦੇ ਦਿੰਦੇ ਆ। ਜੇ ਲੋਕ ਇਸ ਗੱਲ ਦੀ ਮੰਗ ਕਰਨਗੇ ਕਿ ਇਹਨੂੰ ਹਟਾਇਆ ਜਾਵੇ ਤਾਂ ਕੋਈ ਵੀ ਸਰਕਾਰ ਇਹਨੂੰ ਹਟਾਉਣਾ ਉਹਦੇ ਲਈ ਜ਼ਰੂਰੀ ਹੋ ਜਾਊਗਾ। ਮਸਲੇ ਕਈ ਨੇ। ਸਰੀ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਆ, ਇੱਥੇ ਪੋਪੂਲੇਸ਼ਨ ਬਹੁਤ, ਔਰ ਆਉਣ ਵਾਲੇ ਸਮੇਂ ਦੇ ਵਿੱਚ ਪੋਪੂਲੇਸ਼ਨ ਵਧਣੀ ਵੀ ਆ। ਜੇ 1-1 ਏਕੜ ਦੇ 3 ਘਰ ਸੀ, ਹੁਣ ਉਹਨਾਂ ਤਿੰਨਾਂ ਨੂੰ ਜੋੜ ਕੇ ਉੱਥੇ 50 ਟਾਊਨ ਹਾਊਸ ਬਣ ਗਏ, ਉਹਦੇ ਵਿੱਚ ਜਿੰਨੀ ਪੋਪੂਲੇਸ਼ਨ ਵੱਧ ਗਈ, ਸਕੂਲ ਉੱਥੇ ਇੱਕ ਹੀ ਆ, ਉਹ ਬੱਚੇ ਕਿੱਥੇ ਜਾਣਗੇ? ਜਾਂ ਤਾਂ ਸਿਟੀ ਇਹਦੇ 'ਚ ਕੁਛ ਕਰ ਸਕਦੀ ਆ, ਵੀ ਉਹਦੇ ਲਈ ਪਹਿਲਾਂ ਸਕੂਲ ਜ਼ਰੂਰ, ਜਦੋਂ ਬਿਲਡਿੰਗਸ ਬਣਦੀਆਂ ਆ ਉਹਦੇ ਵਿੱਚ ਇੰਨੇ ਪਾਰਕ ਚਾਹੀਦੇ ਆ, ਇੰਨੇ ਸਕੂਲ ਚਾਹੀਦੇ ਆ, ਪਤਾ ਨਹੀਂ ਕਾਨੂੰਨ ਇਹਦੇ 'ਚ ਕੀ ਕਹਿੰਦਾ, ਉਹ ਪਾਸ ਹੋਣੇ ਚਾਹੀਦੇ ਆ। ਪਰ ਸਾਡਾ ਤੁਹਾਡਾ ਰੌਲਾ ਇੰਨਾ ਆ ਕਿ ਸਾਨੂੰ ਇਹਨਾਂ ਨੂੰ ਪੁੱਛਣਾ ਜ਼ਰੂਰ ਚਾਹੀਦਾ, ਮੰਗ ਜ਼ਰੂਰ ਕਰਨੀ ਚਾਹੀਦੀ ਆ ਵੀ ਇਸ ਮਸਲੇ ਦਾ ਹੱਲ ਹੋਵੇ। ਕਿਸੇ ਦੇਸ਼ ਦੇ ਵਿੱਚ ਭਾਵੇਂ ਜਿੰਨੀ ਮਰਜ਼ੀ ਤਰੱਕੀ ਕੋਈ ਕਰ ਲਵੇ, ਉੱਥੇ ਦੇ ਬੱਚੇ ਕਿਸ ਸਿਸਟਮ ਦੇ ਵਿੱਚ ਪੜ੍ਹ ਰਹੇ ਆ, ਜੇ ਉਹਨਾਂ ਕੋਲੇ ਪੜ੍ਹਨ ਲਈ ਸਕੂਲ ਹੀ ਪ੍ਰੋਪਰ ਨਹੀਂ, ਪ੍ਰੋਪਰ ਸਕੂਲ ਜਿਹੜੇ ਕਿ ਹੁਣ ਥਰਡ ਵਰਲਡ ਕੰਟਰੀਜ਼ ਦੇ ਵਿੱਚ ਵੀ ਬਹੁਤ ਵਧੀਆ ਨੇ, ਜੇ ਤੁਹਾਡੇ ਕੋਲ ਸਕੂਲ ਪ੍ਰੋਪਰ ਨਹੀਂ ਆ ਤੇ ਜਾਂ ਇਹ ਮੰਨ ਲਓ ਕਿ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਤਰ੍ਹਾਂ ਹੀ ਰਹਿਣਾ, ਪੋਰਟੇਬਲਸ ਨੂੰ ਹੀ ਮੰਨ ਲਿਆ ਜਾਵੇ ਕਿ ਐਸੇ ਤਰ੍ਹਾਂ ਹੀ ਹੁੰਦਾ ਆ ਤੇ ਇਹਦੇ ਵਿੱਚ ਐਸੇ ਤਰ੍ਹਾਂ ਹੀ ਬੱਚੇ ਪੜ੍ਹਨਗੇ, ਜਾਂ ਇਹਦਾ ਕੋਈ ਮਤਲਬ ਬੱਚੇ ਦੀ ਜਿਹੜੀ ਲਰਨਿੰਗ ਆ ਉਹਦੇ ਉੱਤੇ ਅਸਰ ਕੋਈ ਨਹੀਂ ਪੈਂਦਾ, ਜਾਂ ਇਸ ਤਰ੍ਹਾਂ ਮੰਨ ਲਿਆ ਜਾਵੇ। ਨਹੀਂ ਤਾਂ ਸ਼ਾਇਦ ਕਿਸੇ ਵਿਅਕਤੀ ਦੀ ਸਭ ਤੋਂ ਜ਼ਰੂਰੀ ਚੀਜ਼ ਉਹਦੀ ਔਲਾਦ, ਉਹਦੀ ਪੜ੍ਹਾਈ। ਇਸ ਮਾਮਲੇ ਦੇ ਵਿੱਚ ਸਿਟੀ ਨੂੰ, ਪ੍ਰੋਵਿੰਸ ਨੂੰ, ਸਾਰਿਆਂ ਨੂੰ ਘੱਟੋ ਘੱਟ ਤੁਹਾਨੂੰ ਸਵਾਲ ਜ਼ਰੂਰ ਕਰਨੇ ਚਾਹੀਦੇ ਆ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।